ਜਿਹੜਾ ਇਨਸਾਨ ਜਾਂ ਜਿਹੜਾ ਮਰਦ ਇੱਕ 6 ਸਾਲ ਦੀ ਬੱਚੀ ਦੇ ਉੱਪਰ ਵਾਪਰੇ ਸੰਤਾਪ ਨੂੰ ਨਹੀਂ ਸਮਝ ਤੇ ਮਹਿਸੂਸ ਕਰ ਸਕਦਾ, ਉਹ ਇਸ ਵੀਡੀਓ ਨੂੰ ਨਾ ਦੇਖੇ। ਹੁਸ਼ਿਆਰਪੁਰ 'ਚ ਇੱਕ 16 ਸਾਲਾ ਨਾਬਾਲਿਗ ਲੜਕੀ ਨਾਲ ਦੋ ਵਿਅਕਤੀਆਂ ਦੁਆਰਾ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ ਬਰਨਾਲਾ ਤੋਂ ਇੱਕ ਨਾਬਾਲਿਗ ਲੜਕੀ ਦੇ ਨਾਲ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਕਿ ਰਿਸ਼ਤੇ ਇੱਕ ਵਾਰ ਫਿਰ ਤੋਂ ਤਾਰ-ਤਾਰ ਪਿਓ ਦੇ ਵੱਲੋਂ ਆਪਣੀ ਨਾਬਾਲਗ ਧੀ ਦੇ ਨਾਲ ਜਬਰ ਜਨਾਹ ਕੀਤੇ ਜਾਣ ਦੇ ਇਲਜ਼ਾਮ ਨੇ। ਸਰਹੱਦੀ ਕਸਬਾ ਕਲਾਨੌਰ ਵਿੱਚ ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹਨੇ ਬੜੀ ਮਾੜੀ ਕਰਤੂਤ ਕੀਤੀ ਹੈ। ਇਹ ਨਾਨਾ ਹੈਗਾ, ਜਿਹਨੇ ਆਪਣੀ ਦੋਤੀ ਜਿਹੜੀ 14 ਸਾਲ ਦੀ ਹੈ ਉਹਨੂੰ ਜਿਹੜੀ ਕਿਤੇ ਕੋਲ ਰਹਿੰਦੀ ਸੀ, ਇਹਦੀ ਲੜਕੀ ਦੀ ਬਿਮਾਰ ਸੀਗੀ ਤੇ ਇਸ ਕਰਕੇ ਇਹ ਲੜਕੀ ਇਹਨਾਂ ਕੋਲ ਨਾਨੇ ਕੋਲ ਆਈ ਸੀਗੀ। ਸੋ ਉਹਨੂੰ ਦਵਾਈ ਦੇ ਕੇ ਤੇ ਇਹਨੇ ਨਾਲ ਰੇਪ ਕੀਤਾ। ਇੱਕ ਧੀ ਰੋਈ ਸੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਉੱਠ ਵਾਰਿਸ ਸ਼ਾਹ ਨੂੰ ਕਹਿਣ। ਕੁਝ ਇਹੋ ਜਿਹਾ ਸੰਤਾਪ ਪੰਜਾਬ ਦੀਆਂ ਕੁੜੀਆਂ ਬੀਬੀਆਂ ਹੰਡਾਉਂਦੀਆਂ ਨੇ ਤੇ ਇਹੋ ਜਿਹੇ ਲਾਂਭੇ ਉਹਨਾਂ ਕਵੀਆਂ ਨੂੰ, ਸਾਡੇ ਸਮਾਜਿਕ ਸ਼ਾਸਤਰੀਆਂ ਨੂੰ ਮਾਰਦੀਆਂ ਨੇ, ਜਿਨ੍ਹਾਂ ਦੇ ਨਾਲ ਹਵਸ ਦੇ ਸ਼ਿਕਾਰੀ ਕੁਕਰਮ ਕਮਾਉਂਦੇ ਨੇ। ਪੰਜਾਬ ਦੇ ਅੰਦਰ ਜਾਂ ਸਾਡੇ ਸਮਾਜ ਦੇ ਅੰਦਰ ਫੈਲੇ ਹੋਏ ਵਹਿਸ਼ੀਪੁਣੇ ਦੇ ਸੰਦਰਭ ਵਿੱਚ ਕੁਝ ਚਰਚਾ ਕਰਨਾ ਚਾਹੁੰਦਾ ਹਾਂ। ਹੁਸ਼ਿਆਰਪੁਰ ਜ਼ਿਲ੍ਹੇ ਦੇ ਜਲਾਲਪੁਰ ਪਿੰਡ ਵਿੱਚ ਜਿਹੜੀ ਘਟਨਾ ਵਾਪਰੀ ਸੀ, ਜਿਸ ਦੌਰਾਨ ਇੱਕ ਛੋਟੀ 6 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਹੋਇਆ ਸੀ, ਅਸੀਂ ਉਦੋਂ ਬਲਾਤਕਾਰ ਤੇ ਵਾਰ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਅੱਜ ਉਸ ਮੁਹਿੰਮ ਦੀ ਦੂਜੀ ਕੜੀ ਦੌਰਾਨ ਅਸੀਂ ਫੇਰ ਉਸ ਚਰਚਾ ਨੂੰ ਤਾਜ਼ਾ ਕਰ ਰਹੇ ਹਾਂ। ਇਹ ਬੇहद ਜ਼ਰੂਰੀ ਹੈ ਵੀ ਸਮਾਜ ਆਪਣੇ ਅੰਦਰ ਪਨਪ ਰਹੇ ਫੈਲੇ ਹੋਏ ਵਹਿਸ਼ੀਪਣੇ ਦੀ ਚਰਚਾ ਕਰੇ, ਉਸ ਮਸਲੇ ਨੂੰ ਇਹ ਮੰਨੇ ਵੀ ਉਹ ਸਾਡੇ ਅੰਦਰ ਇਹੋ ਜਿਹੇ ਕੁਝ ਲੋਕ ਵਿਚਰ ਰਹੇ ਨੇ ਜਿਹੜੇ ਇੱਕ ਵਿਕਰਤ ਮਾਨਸਿਕਤਾ ਦੇ ਨਾਲ ਆਪਣੇ ਵਹਿਸ਼ੀਪੁਣੇ ਦੀ ਹੱਦ ਲੰਘ ਕੇ ਉਹ ਛੋਟੇ ਬੱਚਿਆਂ ਦੇ ਨਾਲ ਜਬਰ ਜਨਾਹ ਕਰਦੇ ਨੇ। ਇੱਕ ਵਿਕਾਸਸ਼ੀਲ ਤੇ ਵਿਕਾਸ ਵੱਲ ਤੁਰੇ ਹੋਏ ਸਮਾਜ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਅੰਦਰ ਨੈਤਿਕਤਾ ਨੂੰ ਵੀ ਉਸੇ ਤਰ੍ਹਾਂ ਉਹਦਾ ਵਿਕਸਿਤ ਕਰਦਾ ਰਹੇ ਜਿਵੇਂ ਕਿ ਉਹ ਆਰਥਿਕ ਜਾਂ ਆਧੁਨਿਕ ਤਰੀਕੇ ਦੇ ਨਾਲ ਵਿਕਸਿਤ ਹੋ ਰਿਹਾ ਹੁੰਦਾ ਹੈ। ਉਮਰ ਦਾ ਬਲਾਤਕਾਰ ਦੇ ਨਾਲ ਕੋਈ ਸੰਬੰਧ ਨਹੀਂ। ਖਬਰਾਂ ਮੁਤਾਬਕ ਇੱਕ 2 ਮਹੀਨੇ ਦੇ ਬੱਚੇ ਤੋਂ ਲੈ ਕੇ 93 ਸਾਲ ਦੀ ਬਜ਼ੁਰਗ ਮਹਿਲਾ ਦੇ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਨੇ। ਆંકੜੇ ਦੱਸਦੇ ਨੇ ਕਿ ਤਕਰੀਬਨ 53% ਬੱਚਿਆਂ ਦੇ ਨਾਲ ਕਿਸੇ ਨਾ ਕਿਸੇ ਸਮੇਂ ਕੋਈ ਨਾ ਕੋਈ ਸਰੀਰਕ ਸ਼ੋਸ਼ਣ ਦੀ ਘਟਨਾ ਵਾਪਰੀ ਹੋਈ ਹੁੰਦੀ ਹੈ। ਇਸ ਦਾ ਮਤਲਬ ਵੀ ਹਰੇਕ ਦੂਜਾ ਬੱਚਾ ਕਦੀ ਨਾ ਕਦੀ ਸਰੀਰਕ ਸ਼ੋਸ਼ਣ ਦਾ ਪੀੜਤ ਹੁੰਦਾ ਹੈ। ਕਿ ਸਮਾਜ ਇਸ ਦੀ ਚਿੰਤਾ ਨਹੀਂ ਕਰੇਗਾ? ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਕਿਸਮਾਂ ਕੀ ਨੇ? ਇਹੋ ਜਿਹੇ ਵਿਅਕਤੀ ਜਿਹੜੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦੇ ਨੇ, ਉਹ ਆਪਣੇ ਗੁਪਤ ਅੰਗਾਂ ਤੇ ਉਹਨਾਂ ਤੋਂ ਬੱਚਿਆਂ ਤੋਂ ਜ਼ਬਰਦਸਤੀ ਹੱਥ ਲਵਾਉਂਦੇ ਨੇ, ਬੱਚਿਆਂ ਨੂੰ ਜ਼ਬਰਦਸਤੀ ਚੁੰਮਦੇ ਨੇ, ਉਹਨਾਂ ਨੂੰ ਅਸ਼ਲੀਲ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀਆਂ ਗਲਤ ਫੋਟੋਆਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਬੱਚਾ ਜੋ ਹਲੇ ਮਾਸੂਮ ਤੇ ਨਾ ਸਮਝ ਹੁੰਦਾ ਹੈ, ਇਹੋ ਜਿਹੀ ਵਿਕਰਤ ਮਾਨਸਿਕਤਾ ਦਾ ਸ਼ਿਕਾਰ ਆਸਾਨੀ ਨਾਲ ਬਣ ਜਾਂਦਾ। ਇਹ ਗੱਲ ਕਾਬਿਲੇ ਗੌਰ ਹੈ ਤੇ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਅਕਸਰ ਅਪਰਾਧ ਕਰਨ ਵਾਲਾ ਜਾਂ ਸਰੀਰਕ ਸ਼ੋਸ਼ਣ ਕਰਨ ਵਾਲਾ ਵਿਅਕਤੀ ਬੱਚੇ ਦੇ ਪਰਿਵਾਰ ਜਾਂ ਜਾਣ ਪਛਾਣ ਵਾਲਾ ਵਿਅਕਤੀ ਹੀ ਹੁੰਦਾ ਹੈ। 2018-19 ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ ਕੋਈ 1002 ਮਾਮਲੇ ਸਰੀਰਕ ਸ਼ੋਸ਼ਣ ਦੇ ਦਰਜ ਹੋਏ। ਉਹਨਾਂ ਵਿੱਚੋਂ 1000 ਮਾਮਲਿਆਂ ਵਿੱਚ ਅਪਰਾਧ ਕਰਨ ਵਾਲਾ ਵਿਅਕਤੀ ਪੀੜਤ ਦੀ ਜਾਣ ਪਛਾਣ ਵਾਲਾ ਵਿਅਕਤੀ ਸੀ। ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ 58% ਕੇਸਾਂ ਵਿੱਚ ਜ਼ਿੰਮੇਵਾਰ ਵਿਅਕਤੀ ਪੀੜਤ ਦਾ ਪਰਿਵਾਰਕ ਮੈਂਬਰ ਪਾਇਆ ਗਿਆ ਹੈ। ਕੁਝ 11% ਕੇਸਾਂ ਵਿੱਚ ਜ਼ਿੰਮੇਵਾਰ ਵਿਅਕਤੀ ਪੀੜਤ ਦਾ ਅਧਿਆਪਕ ਪਾਇਆ ਗਿਆ ਹੈ ਤੇ ਕੋਈ 10% ਕੇਸਾਂ ਵਿੱਚ ਜ਼ਿੰਮੇਵਾਰ ਅਪਰਾਧੀ ਪੀੜਤ ਦਾ ਪੜੋਸੀ ਪਾਇਆ ਗਿਆ ਹੈ। ਇੱਕ ਹੋਰ ਗੱਲ ਬਹੁਤ ਗੌਰ ਕਰਨ ਲਾਇਕ ਹੈ ਵੀ ਕਿਸ ਤਰ੍ਹਾਂ ਦੇ ਬੱਚੇ ਜਾਂ ਕਿਸ ਵਰਗ ਦੇ ਬੱਚੇ ਜ਼ਿਆਦਾਤਰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ। ਉਹਨਾਂ ਵਿੱਚ ਅਪਾਹਜ ਬੱਚੇ, ਇਹ ਪਾਇਆ ਗਿਆ ਹੈ ਜਿਹੜੇ ਬੱਚਿਆਂ ਦੀ ਵਿੱਦਿਆ ਦਾ ਮਿਆਰ ਜਾਂ ਸਿੱਖਿਆ ਦਾ ਮਿਆਰ ਘੱਟ ਹੁੰਦਾ ਹੈ, ਜਾਂ ਆਪਣੇ ਮਾਪਿਓ ਦੀ ਅੱਖਾਂ ਤੋਂ ਦੂਰ ਰਹਿਣ ਵਾਲੇ ਬੱਚੇ, ਜਾਂ ਇਹੋ ਜਿਹੇ ਬੱਚੇ ਜਿਨ੍ਹਾਂ ਦਾ ਆਪਣੇ ਮਾਪਿਓ ਦੇ ਨਾਲ ਕੋਈ ਖਰਾਬ ਰਿਸ਼ਤਾ ਹੁੰਦਾ ਹੈ, ਜਾਂ ਅਣਚਾਹੇ ਬੱਚੇ।
ਇਹ ਧਾਰਨਾ ਬਿਲਕੁਲ ਗਲਤ ਹੈ ਕਿ ਕੁੜੀਆਂ ਦੇ ਨਾਲ ਹੀ ਜਿਨਸੀ ਸ਼ੋਸ਼ਣ ਹੁੰਦਾ ਹੈ। ਬੱਚਿਆਂ ਦੇ ਆંકੜਿਆਂ ਵਿੱਚ ਪਾਇਆ ਗਿਆ ਹੈ ਕਿ ਕੁੜੀਆਂ ਨਾਲੋਂ ਵੱਧ ਮੁੰਡਿਆਂ ਦੇ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ। ਬੀਤੇ ਦਿਨੀ ਪੰਜਾਬ ਵਿੱਚ ਹੋਏ ਬਲਾਤਕਾਰ ਦੇ ਮਾਮਲੇ। ਫਿਰੋਜ਼ਪੁਰ 3 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ। ਪਿਤਾ ਨੇ ਸ਼ਰਾਬ ਦੇ ਨਸ਼ੇ ਵਿੱਚ ਕੀਤਾ ਆਪਣੀ ਹੀ ਕੁੜੀ ਨਾਲ ਬਲਾਤਕਾਰ। ਫਿਰੋਜ਼ਪੁਰ ਬਲਾਤਕਾਰ ਦੀ ਘਟਨਾ। 17 ਸਾਲਾ ਪ੍ਰਵਾਸੀ ਕੁੜੀ ਨਾਲ ਗੈਂਗ ਰੇਪ। ਬਰਨਾਲਾ ਰੇਪ ਕੇਸ, ਜਿੱਥੇ 4 ਸਾਲਾਂ ਦੀ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾਇਆ। ਗੁਆਂਢ 'ਚ ਰਹਿਣ ਵਾਲੇ 17 ਸਾਲਾ ਲੜਕੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਲੁਧਿਆਣਾ ਵਿੱਚ ਇੱਕ 8 ਸਾਲਾ ਬੱਚੀ ਦੇ ਨਾਲ ਬਲਾਤਕਾਰ। 28 ਸਾਲ ਦੇ ਲੜਕੇ ਨੇ ਬੱਚੀ ਨਾਲ ਬਲਾਤਕਾਰ ਕੀਤਾ। ਲੁਧਿਆਣਾ ਵਿੱਚ ਚਲਦੀ ਕਾਰ ਵਿੱਚ ਇੱਕ ਲੜਕੀ ਦਾ ਬਲਾਤਕਾਰ। ਜਨਮ ਦਿਨ ਦੀ ਪਾਰਟੀ ਬਹਾਨੇ ਔਰਤ ਨੂੰ ਹੋਟਲ ਕੋਲ ਬੁਲਾ ਕੇ ਚਲਦੀ ਕਾਰ 'ਚ ਉਸ ਨਾਲ ਸਾਰੀ ਰਾਤ ਜ਼ਬਰ ਜਨਾਹ ਕੀਤਾ ਗਿਆ। ਲੁਧਿਆਣਾ ਮਾਸਕ ਵਿੱਚ ਬੇਹੋਸ਼ੀ ਦੀ ਦਵਾਈ ਪਾ ਕੇ ਨਾਬਾਲਿਗ ਲੜਕੀ ਨਾਲ ਕੀਤਾ ਗੋਦਾਮ ਦੇ ਮਾਲਕਾਂ ਨੇ ਬਲਾਤਕਾਰ। ਪੈਸੇ ਨਾ ਕੱਟੇ ਜਾਣ ਇਸ ਲਈ ਮਾਂ ਦੀ ਜਗ੍ਹਾ ਗਈ ਸੀ ਗੋਦਾਮ ਵਿੱਚ ਕੰਮ ਕਰਨ। ਜਲੰਧਰ ਇੰਡਸਟਰੀ ਏਰੀਆ ਵਿੱਚ ਇੱਕ ਵਿਅਕਤੀ ਨੇ ਆਪਣੇ ਦੋਸਤ ਦੀ 12 ਸਾਲਾ ਲੜਕੀ ਨਾਲ ਜ਼ਬਰ ਜਨਾਹ ਕੀਤਾ। ਬਲਾਤਕਾਰ ਭਾਵੇਂ ਬੱਚੇ ਦੇ ਨਾਲ ਹੋਵੇ ਭਾਵੇਂ ਵੱਡੇ ਦੇ ਨਾਲ, ਆਏ ਦਿਨ ਸਾਡੀ ਅਖਬਾਰ ਦੀਆਂ ਪਰਤਾਂ ਵਿੱਚ ਇਹ ਖਬਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋਨੇ ਵਿੱਚ ਦਰਜ ਪਾਈ ਜਾਏਗੀ। ਲੇਕਿਨ ਇਹ ਕੋਈ ਕਨਸਟੀਟਿਊਂਸੀ ਨਹੀਂ ਹੈ, ਇਹ ਕੋਈ ਵੋਟ ਬੈਂਕ ਨਹੀਂ ਹੈ। ਇਸ ਕਰਕੇ ਪੋਲੀਟੀਸ਼ੀਅਨਸ, ਰਾਜਨੀਤਿਕ ਆਦਮੀ ਇਸ ਦੀ ਗੱਲ ਨਹੀਂ ਕਰਦਾ, ਕਿਉਂਕਿ ਬਲਾਤਕਾਰ ਦੇ ਨਾਲ ਪੀੜਤ ਨਾ ਬੱਚੇ ਨਾ ਹੀ ਕੋਈ ਔਰਤ ਸੰਗਠਿਤ ਹੋ ਸਕਦੇ ਨੇ ਕਿਸੇ ਪਲੇਟਫਾਰਮ ਤੇ ਨਾ ਹੀ ਇਹ ਇੱਕ ਪਲੇਟਫਾਰਮ ਤੇ ਕੋਈ ਇਹੋ ਜਿਹੀ ਗੁਹਾਰ ਲਾ ਸਕਦੇ ਨੇ ਜਿੱਥੇ ਜਾ ਕੇ ਇਹ ਵਿਧਾਨ ਸਭਾ ਜਾਂ ਲੋਕ ਸਭਾਵਾਂ 'ਚ ਮਸਲੇ ਬਣਨ। ਜਦ ਤੱਕ ਕੋਈ ਇੱਕ ਨਿਰਭਿਆ ਨਹੀਂ ਹੁੰਦੀ, ਉਹ ਵੀ ਦਿੱਲੀ 'ਚ ਇੱਕ ਹਾਦਸਾ ਹੋਇਆ ਤਾਂ ਸ਼ਾਇਦ ਇੱਕ ਨੈਸ਼ਨਲ ਮੀਡੀਆ ਨੂੰ ਇੰਨਾ ਚੱਕਿਆ, ਤੇ ਜਿਸ ਦੇ ਕਾਰਨ ਫਾਂਸੀ ਵਰਗੇ ਕਾਨੂੰਨ ਬਣੇ। ਲੇਕਿਨ ਕੀ ਅਸੀਂ ਇੱਕ ਨਿਰਭਇਆ ਵਰਗੇ ਦਰਦਨਾਕ ਮਸਲੇ ਦੀ ਉਡੀਕ ਕਰਦੇ ਰਵਾਂਗੇ, ਇਹੋ ਜਿਹੀ ਘਟਨਾ ਦੀ ਉਡੀਕ ਕਰਦੇ ਰਵਾਂਗੇ ਕਿ ਸਮਾਜ ਸੰਜੀਦਗੀ ਦੇ ਨਾਲ ਤੇ ਸੰਵੇਦਨਸ਼ੀਲਤਾ ਦੇ ਨਾਲ ਇਹੋ ਜਿਹੇ ਮਸਲਿਆਂ ਤੇ ਗੌਰ ਨਹੀਂ ਕਰੇਗਾ? ਹੋਰ ਵੀ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਅਕਸਰ ਬਲਾਤਕਾਰੀ ਪੀੜਤ ਨੂੰ ਕਤਲ ਕਰ ਦਿੰਦਾ ਹੈ ਉਸ ਤੋਂ ਬਾਅਦ, ਤਾਂ ਕਿ ਕੋਈ ਸਬੂਤ ਨਾ ਬਚੇ। ਤੇ ਜੇ ਕਈ ਮਾਮਲਿਆਂ ਵਿੱਚ ਪੀੜਤ ਬਚ ਵੀ ਜਾਵੇ ਤਾਂ ਅਸੀਂ ਕਦੀ ਚਿੰਤਾ ਕਰਦੇ ਵੀ ਉਹਨਾਂ ਦੀ ਕਿਸ ਮਾਨਸਿਕ, ਉਹਨਾਂ ਦਾ ਉਤਪੀੜਨ ਕਿੰਨਾ ਹੁੰਦਾ, ਕਿਸ ਮਾਨਸਿਕ ਦੌਰ ਤੋਂ ਗੁਜ਼ਰਦੇ ਨੇ। ਕਈ ਮਾਮਲਿਆਂ ਵਿੱਚ ਤਾਂ ਪੀੜਤ ਖੁਦਕੁਸ਼ੀ ਵੀ ਕਰ ਲੈਂਦਾ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਤੇ ਸਾਡੀਆਂ ਧੀਆਂ, ਉਹਨਾਂ ਦਾ ਮਾਨਸਿਕ ਸਰੀਰਕ ਵਿਕਾਸ ਖੁੱਲ੍ਹ ਕੇ ਹੋਵੇ। ਕੀ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਨਹੀਂ ਵੀ ਅਸੀਂ ਉਹਨਾਂ ਨੂੰ ਇਹੋ ਜਿਹਾ ਇੱਕ ਸੁਖਾਵਾਂ ਮਾਹੌਲ ਦਈਏ ਜਿੱਥੇ ਉਹ ਬੇਪਰਵਾਹ ਹੋ ਕੇ ਜਿੱਥੇ ਮਰਜ਼ੀ ਵਿਚਰ ਸਕਣ, ਖੇਡ ਕੁੱਦ ਸਕਣ, ਤੇ ਉਹਨਾਂ ਦੇ ਮਾਪਿਆਂ ਨੂੰ ਜਾਂ ਉਹਨਾਂ ਦੇ ਨਜ਼ਦੀਕੀਆਂ ਨੂੰ ਇਸ ਗੱਲ ਦੀ ਚਿੰਤਾ ਨਾ ਕਰਨੀ ਪਵੇ ਵੀ ਉਹ ਕਿੱਥੇ ਫਿਰ ਤੁਰ ਰਹੇ ਨੇ। ਔਰ ਉਹ ਹਰ ਹਾਲਾਤ ਵਿੱਚ, ਚਾਹੇ ਉਹ ਆਪਣੇ ਸਕੂਲ ਹੋਣ, ਚਾਹੇ ਆਂਢ ਗੁਆਂਢ 'ਚ ਹੋਣ, ਚਾਹੇ ਉਹ ਖੇਡ ਦੇ ਮੈਦਾਨਾਂ 'ਚ ਹੋਣ, ਉਹ ਸੁਰੱਖਿਅਤ ਤੇ ਬੇਪਰਵਾਹ ਮਹਿਸੂਸ ਕਰਨ। ਇਹ ਸਾਡੀ ਕਲੈਕਟਿਵ ਕੌਨਸ਼ੀਅੰਸ ਦੀ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੈ। ਆਹ ਹੁਣ ਚਿੰਤਾ ਕਰਦੇ ਉਹਨਾਂ ਕਾਰਨਾਂ ਦੀ ਜਿਨ੍ਹਾਂ ਕਰਕੇ ਇਹੋ ਜਿਹੀਆਂ ਸੰਭਾਵਨਾਵਾਂ ਬਣਦੀਆਂ ਨੇ, ਜਿਨ੍ਹਾਂ ਅਧੀਨ ਇੱਕ ਅਪਰਾਧੀ ਉਸ ਮਾਨਸਿਕਤਾ ਵੱਲ ਤੁਰਦਾ ਹੈ ਜਿੱਥੇ ਉਹ ਬਿਨਾਂ ਕਿਸੇ ਉਮਰ ਦੇ ਤਕਾਜ਼ੇ ਦੇ ਕਿਸੇ ਦਾ ਸਰੀਰਕ ਸ਼ੋਸ਼ਣ ਜਾਂ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਨਸ਼ਾ ਜਿਸ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ। ਨਸ਼ੇ ਦੀ ਜੇ ਹੱਦ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਵਿੱਚ ਤਕਰੀਬਨ 26 ਕਰੋੜ ਲੀਟਰ ਸ਼ਰਾਬ ਹਰ ਸਾਲ ਪੀਤੀ ਜਾਂਦੀ ਹੈ। ਪੰਜਾਬ ਹਰ ਇੱਕ ਜੀ ਪਿੱਛੇ ਤਕਰੀਬਨ 8 ਲੀਟਰ ਸ਼ਰਾਬ ਦੀ ਖਪਤ ਸਾਲਾਨਾ ਹੁੰਦੀ ਹੈ। 90% ਬਲਾਤਕਾਰ ਤੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿੱਚ ਪਾਇਆ ਗਿਆ ਹੈ ਕਿ ਅਪਰਾਧੀ ਸ਼ਰਾਬ ਦੇ ਨਸ਼ੇ ਅਧੀਨ ਹੁੰਦਾ ਹੈ ਜਾਂ ਉਹਦੇ ਨਾਲ ਪ੍ਰਭਾਵਿਤ ਹੁੰਦਾ ਹੈ। 2 ਹੁਣੀ ਨੇੜੇ ਵਾਪਰੇ ਹਾਦਸਿਆਂ ਵਿੱਚੋਂ ਇੱਕ ਜਿਹੜੀ ਫਿਰੋਜ਼ਪੁਰ ਵਿੱਚ ਇਹੋ ਜਿਹੀ ਘਟਨਾ ਵਾਪਰੀ ਜਿੱਥੇ ਇੱਕ 3 ਸਾਲ ਦੀ ਬੱਚੀ ਦੇ ਨਾਲ ਉਸਦੇ ਪਿਤਾ ਨੇ ਨਸ਼ੇ ਦੀ ਹਾਲਤ ਵਿੱਚ ਉਸਦੇ ਨਾਲ ਬਲਾਤਕਾਰ ਕੀਤਾ। ਇੱਕ ਹੋਰ ਸਿਰਸੇ ਦੀ ਘਟਨਾ ਜਿੱਥੇ ਇੱਕ ਨੌਜਵਾਨ ਨੇ ਸ਼ਰਾਬ ਦੀ ਹਾਲਤ ਵਿੱਚ ਇੱਕ 80 ਸਾਲ ਦੀ ਬਜ਼ੁਰਗ ਮਹਿਲਾ ਦੇ ਨਾਲ ਬਲਾਤਕਾਰ ਕੀਤਾ। ਨਸ਼ੇ ਦੇ ਅਸਰ ਹੇਠ ਇਨਸਾਨ ਆਪਣਾ ਮਾਨਸਿਕ ਸੰਤੁਲਨ ਖੋ ਬੈਠਦਾ ਹੈ, ਉਸਦਾ ਹੌਸਲਾ ਵੱਧ ਜਾਂਦਾ ਹੈ ਤੇ ਉਹ ਰਿਸ਼ਤੇ ਤੇ ਸੰਬੰਧਾਂ ਦੀ ਜਿਹੜੀਆਂ ਹੱਦਾਂ ਹੈ ਉਹ ਤੋੜ ਦਿੰਦਾ ਹੈ।
ਸ਼ਾਇਦ ਅਸੀਂ ਕਿਤੇ ਨਾ ਕਿਤੇ ਇੱਕ ਰੇਪ ਕਲਚਰ ਦੇ ਨਾਲ ਗ੍ਰਸਤ ਜਾਂ ਰੇਪ ਕਲਚਰ ਨੂੰ ਬੜੋਤਰੀ ਦੇਣ ਵਾਲੇ ਸਮਾਜ ਬਣ ਚੁੱਕੇ ਹਾਂ, ਜਿੱਥੇ ਅਸੀਂ ਛੇੜਛਾੜ ਦੀਆਂ ਘਟਨਾਵਾਂ ਨੂੰ ਬਹੁਤ ਸੰਜੀਦਗੀ ਦੇ ਨਾਲ ਨਹੀਂ ਦੇਖਦੇ। ਜਦੋਂ ਇੱਕ ਮੁੰਡੇ ਨੂੰ ਇਸ ਗੱਲ ਦੀ ਖੁੱਲ੍ਹ ਮਿਲਦੀ ਹੈ ਵੀ ਉਹ ਕੁੜੀਆਂ ਦਾ ਸ਼ੋਸ਼ਣ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਨੂੰ ਛੇੜਛਾੜ ਕਰਕੇ ਜਾਂ ਉਹਨਾਂ ਤੇ ਕੋਈ ਕਮੈਂਟ ਪਾਸ ਕਰਕੇ ਜਦ ਉਹਨੂੰ ਬਖਸ਼ਿਆ ਜਾਂਦਾ ਹੈ, ਉਹਦਾ ਆਲਾ ਦੁਆਲਾ ਉਸ ਨੂੰ ਰੋਕਦਾ ਟੋਕਦਾ ਨਹੀਂ ਤੇ ਕੋਈ ਸਜ਼ਾ ਨਹੀਂ ਦਿੰਦਾ, ਤਾਂ ਸ਼ਾਇਦ ਉਹ ਅੱਗੇ ਚੱਲ ਕੇ ਉਹੀ ਜਿਹੜਾ ਮੁੰਡਾ ਹੈ ਉਹ ਰੇਪਿਸਟ ਬਣ ਜਾਂਦਾ, ਉਹ ਬਲਾਤਕਾਰੀ ਬਣ ਜਾਂਦਾ ਹੈ। ਅਸੀਂ ਉਲਟਾ ਕੁੜੀਆਂ ਤੇ ਹੀ ਲਾਂਛਣ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਨੇ, ਸ਼ਾਇਦ ਇਹ ਕਾਰਨ ਨੇ ਵੀ ਰੇਪ ਹੁੰਦੇ ਨੇ। ਅਸੀਂ ਇਹੋ ਜਿਹੀ ਭੱਦੇ ਸ਼ਬਦ ਇਸਤੇਮਾਲ ਕਰਦੇ ਹਾਂ, ਸ਼ਾਇਦ ਇਹ ਮੋਟੀ ਹੈ ਜਾਂ ਬਦਸੂਰਤ ਹੈ ਵੀ ਇਹਦੇ ਨਾਲ ਰੇਪ ਕੌਣ ਕਰੂਗਾ, ਜਾਂ ਉਸਨੇ ਹੀ ਬਲਾਤਕਾਰ ਦੇ ਦੌਰਾਨ ਕੋਸ਼ਿਸ਼ ਨਹੀਂ ਕੀਤੀ ਹੋਊਗੀ ਜਾਂ ਸਰੀਰਕ ਤੌਰ ਤੇ ਕੋਸ਼ਿਸ਼ ਨਹੀਂ ਕੀਤੀ ਹੋਊਗੀ ਆਪਣੇ ਆਪ ਨੂੰ ਬਚਾਉਣ ਦੀ, ਭੱਜਣ ਦੀ ਉਸ ਸਥਿਤੀ ਚੋਂ, ਜਾਂ ਉਹ ਸ਼ਰਾਬ ਪੀਂਦੀ ਹੈ ਜਾਂ ਰਾਤਾਂ ਨੂੰ ਲੇਟ ਘੁੰਮਦੀ ਹੈ। ਤਾਂ ਜਿਹੜੀ ਇਹ ਮਾਨਸਿਕਤਾ ਹੈ, ਇਹ ਰੁਗਣ ਮਾਨਸਿਕਤਾ ਹੈ। ਜਦੋਂ ਤੱਕ ਅਸੀਂ ਕੁੜੀਆਂ ਨੂੰ ਬਰਾਬਰੀ ਦਾ ਦਰਜਾ ਨਹੀਂ ਦੇਵਾਂਗੇ, ਉਹਨਾਂ ਨੂੰ ਵੀ ਮੁੰਡਿਆਂ ਦੇ ਬਰਾਬਰ ਨਹੀਂ ਸਮਝਾਂਗੇ, ਸ਼ਾਇਦ ਅਸੀਂ ਵੀ ਉਨੇ ਹੀ ਗੁਨੇਗਾਰ ਹਾਂ ਜਿੰਨਾ ਕਿ ਇੱਕ ਬਲਾਤਕਾਰੀ। ਇੱਕ ਹੋਰ ਵੱਡੇ ਕਾਰਨ ਤੇ ਚਿੰਤਾ ਕਰਨੀ ਪਏਗੀ, ਔਰਤ ਦੇ ਸਰੀਰ ਦਾ ਵਸਤੂਕਰਨ। ਚਾਹੇ ਉਹ ਐਡਵਰਟੀਜ਼ਮੈਂਟਸ ਦੇਖ ਲਓ, ਚਾਹੇ ਰਸਾਲੇ ਦੇਖ ਲਓ, ਚਾਹੇ ਅਖਬਾਰਾਂ ਵਿੱਚ ਦੇਖ ਲਓ, ਸ਼ਰਾਬ ਦੇ ਐਡਵਰਟੀਜ਼ਮੈਂਟਸ ਦੇਖ ਲਓ, ਹਰ ਜਗ੍ਹਾ ਔਰਤ ਦੇ ਸਰੀਰ ਦੇ ਤੇ ਉਸ ਦੇ ਉਭਾਰਾਂ ਨੂੰ ਇੱਕ ਸਟਿਮੂਲੇਸ਼ਨ ਦੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਬਹੁਤ ਜ਼ਰੂਰੀ ਹੈ ਵੀ ਅਸੀਂ ਔਰਤ ਤੇ ਮਰਦ ਦੇ ਅੰਦਰ ਇੱਕ ਬਰਾਬਰੀਕਰਨ ਦੇ ਵੱਲ ਤੁਰੀਏ ਤੇ ਔਰਤ ਦੀ ਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਸੀਂ ਉਸ ਦੀ ਨਾਂ ਨੂੰ ਹੀ ਉਨੀ ਤਰਜੀਹ ਦਈਏ ਜਿੰਨੀ ਅਸੀਂ ਆਦਮੀ ਦੀ ਸਰੀਰਕ ਲੋੜਾਂ ਨੂੰ ਦਿੰਦੇ ਹਾਂ। ਜਦੋਂ ਤੱਕ ਇਹ ਬਰਾਬਰੀ ਸਾਡੇ ਸਮਾਜ 'ਚ ਨਹੀਂ ਆਉਂਦੀ, ਮੈਨੂੰ ਲੱਗਦਾ ਹੈ ਵੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਸਾਨੂੰ ਇਸ ਮਾਨਸਿਕਤਾ ਤੋਂ ਬਾਹਰ ਆਉਣਾ ਪਏਗਾ ਵੀ ਔਰਤ ਤੇ ਉਸ ਦਾ ਸਰੀਰ ਇੱਕ ਮਾਨਣ ਦੀ ਵਸਤੂ ਨਹੀਂ ਹੈ, ਆਪਣੀ ਸਰੀਰਕ ਹਵਸ ਨੂੰ ਪੂਰਾ ਕਰਨ ਦੀ ਹੀ ਵਸਤੂ ਨਹੀਂ ਹੈ। ਇਸ ਵਾਸਤੇ ਸਾਡੇ ਸਮਾਜਿਕ ਸ਼ਾਸਤਰੀਆਂ ਨੂੰ, ਜ਼ਿੰਮੇਵਾਰ ਵਿਅਕਤੀਆਂ ਨੂੰ, ਧਾਰਮਿਕ ਗੁਰੂਆਂ ਨੂੰ ਇੱਕ ਪਹਿਲ ਕਰਨੀ ਪਏਗੀ। ਆਪਣੀ ਵਿਚਾਰ ਸ਼ਕਤੀ ਨੂੰ ਦ੍ਰਿੜ ਕਰਨਾ ਪਏਗਾ। ਜਿਹੜੀ ਸੋਚ ਕਾਰਨ ਅਸੀਂ ਇਸ ਮਾਨਸਿਕਤਾ ਵੱਲ ਤੁਰੇ ਜਾ ਰਹੇ ਹਾਂ, ਉਸ ਵੱਲ ਸਾਨੂੰ ਇੱਕ ਬਹੁਤ ਵੱਡੀ ਠੱਲ ਤੇ ਰੋਕ ਲਾਉਣੀ ਪਏਗੀ। ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਪਏਗੀ ਵੀ ਪੋਰਨੋਗ੍ਰਾਫੀ ਦਾ ਸਿੱਧੇ ਜਾਂ ਸਿੱਧੇ ਤੌਰ ਤੇ ਚਾਈਲਡ ਅਬਿਊਜ਼ ਜਾਂ ਬਲਾਤਕਾਰ ਦੇ ਵਰਗੀਆਂ ਘਟਨਾਵਾਂ ਦੇ ਉੱਪਰ ਕਿੰਨਾ ਵੱਡਾ ਅਸਰ ਹੈ। 70% ਇੰਟਰਨੈਟ ਜਿਹੜਾ ਟ੍ਰੈਫਿਕ ਹੈ ਉਹ ਪੋਰਨੋਗ੍ਰਾਫੀ ਕਾਰਨ ਜਾਂ ਉਹੋ ਜਿਹੀਆਂ ਵੈਬਸਾਈਟਸ ਦਾ ਹੁੰਦਾ ਹੈ। ਭਾਰਤ ਦੁਨੀਆ ਦਾ ਇੱਕ ਇਹੋ ਜਿਹਾ ਮੁਲਕ ਹੈ ਜਿਸ ਵਿੱਚ ਪੋਰਨੋਗ੍ਰਾਫੀ ਦੀ ਸਭ ਤੋਂ ਵੱਧ ਖਪਤ ਹੈ। ਇੱਕ ਵੈਬਸਾਈਟ ਦੇ ਮੁਤਾਬਕ ਇੱਕ ਪੋਰਨੋਗ੍ਰਾਫੀ ਵੈਬਸਾਈਟ ਤੇ ਇੱਕ ਇਨਸਾਨ ਤਕਰੀਬਨ 7 ਮਿੰਟ ਦਾ ਸਮਾਂ ਲਗਾਉਂਦਾ ਹੈ। ਚਿੰਤਾ ਦਾ ਵਿਸ਼ਾ ਹੈ ਕਿ ਇੱਕ ਡਾਰਕ ਵੈਬ ਨਾਮਕ ਇੱਕ ਇੰਟਰਨੈਟ ਸਿਸਟਮ ਹੈ ਜਿਹੜਾ ਉਹ ਚੱਲ ਰਿਹਾ ਹੈ, ਜਿਸ ਵਿੱਚ ਚਾਈਲਡ ਪੋਰਨੋਗ੍ਰਾਫੀ ਵਰਗਾ ਮਟੀਰੀਅਲ ਉਸ ਦਾ ਆਦਾਨ ਪ੍ਰਦਾਨ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ। ਚਾਈਲਡ ਅਬਿਊਜ਼ ਦੀਆਂ ਵੀਡੀਓਜ਼, ਬਲਾਤਕਾਰ ਦੀਆਂ ਵੀਡੀਓਜ਼, ਤੁਸੀਂ ਅਕਸਰ ਦੇਖਿਆ ਹੋਊਗਾ ਵੀ ਬਲਾਤਕਾਰੀ ਬਲਾਤਕਾਰ ਦੇ ਦੌਰਾਨ ਵੀਡੀਓ ਬਣਾਉਂਦਾ ਹੈ। ਉਹ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਹੋ ਜਿਹਾ ਫੋਨ ਹੋਊਗਾ ਜਿਸ ਵਿੱਚ ਕੋਈ ਨਾ ਕੋਈ ਪੋਰਨੋਗ੍ਰਾਫਿਕ ਮਟੀਰੀਅਲ ਨਾ ਪਾਇਆ ਜਾ ਸਕੇ। ਪੋਰਨੋਗ੍ਰਾਫੀ ਦਾ ਸਿੱਧੇ ਜਾਂ ਸਿੱਧੇ ਰੂਪ ਵਿੱਚ ਬਲਾਤਕਾਰ ਵਿੱਚ ਜਾਂ ਉਹ ਕਿੰਨਾ ਜ਼ਿੰਮੇਵਾਰ ਹੈ ਬੱਚਿਆਂ ਦੇ ਸ਼ੋਸ਼ਣ ਵਿੱਚ, ਇਸ ਗੱਲ ਤੇ ਬਹੁਤ ਜ਼ਿਆਦਾ ਸ਼ੋਧ ਨਹੀਂ ਹੋਏ। ਜਦੋਂ ਅਸੀਂ ਸੋਚਣਾ ਸ਼ੁਰੂ ਕਰਾਂਗੇ, ਸਾਨੂੰ ਪੋਰਨੋਗ੍ਰਾਫੀ ਉੱਪਰ ਵੀ ਵਿਚਾਰ ਕਰਨਾ ਪਏਗਾ। ਭਾਰਤ ਸਰਕਾਰ ਨੇ ਕੋਈ 847 ਵੈਬਸਾਈਟਾਂ ਤੇ ਪੋਰਨੋਗ੍ਰਾਫੀ ਵੈਬਸਾਈਟਸ ਤੇ ਰੋਕ ਲਾਈ ਹੈ। ਸਾਨੂੰ ਇਹ ਵੀ ਸਮਝਣਾ ਪਏਗਾ ਤੇ ਗੌਰ ਕਰਨਾ ਪਏਗਾ ਵੀ ਅਸੀਂ ਸਮਾਜ ਵਿੱਚ ਕੁੜੀਆਂ ਤੇ ਮੁੰਡਿਆਂ ਦੀ ਪਰਵਰਿਸ਼ ਵਿੱਚ ਕਿੰਨਾ ਫਰਕ ਰੱਖਦੇ ਹਾਂ। ਅਸੀਂ ਜਿੱਥੇ ਕੁੜੀਆਂ ਨੂੰ ਰੋਕ ਟੋਕ ਕੇ ਉਹਨਾਂ ਤੇ ਇਹ ਜ਼ੋਰ ਪਾਉਂਦੇ ਹਾਂ ਵੀ ਉਹ ਕਿਵੇਂ ਸਲੀਕੇ ਦੇ ਨਾਲ ਉੱਠਣ ਬੈਠਣ, ਕਦੋਂ ਘਰ ਆਉਣ ਜਾਣ ਤੇ ਕਿਸ ਤਰ੍ਹਾਂ ਦੀ ਕੁਝ ਮਰਿਆਦਾਵਾਂ ਦੇ ਅੰਦਰ ਰਹਿਣ, ਉਸੇ ਤਰ੍ਹਾਂ ਸਾਨੂੰ ਮੁੰਡਿਆਂ ਨੂੰ ਵੀ ਉਸੇ ਸੋਚ ਦੇ ਨਾਲ ਕੁੜੀਆਂ ਦਾ ਬਰਾਬਰੀ ਤੇ ਹੋਣ ਦਾ ਤਰੀਕਾ ਤੇ ਉਸ ਦੀ ਅਕਲ ਤੇ ਸਮਝ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਮੁੰਡਿਆਂ ਨੂੰ ਇਹ ਸਿਖਾਉਣਾ ਪਏਗਾ ਵੀ ਕੁੜੀਆਂ ਦੀ ਛੇੜਛਾੜ ਨਾ ਕਰਨ,
ਉਹਨੂੰ ਉਹਨਾਂ ਦੇ ਸਰੀਰ ਨੂੰ ਇੱਕ ਵਸਤੂ ਦੀ ਤਰ੍ਹਾਂ ਇਸਤੇਮਾਲ ਕਰਨ ਦੀ ਚੀਜ਼ ਨਾ ਸਮਝਣ, ਉਸ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਤੇ ਸਗੋਂ ਆਪ ਛੇੜਛਾੜ ਤੋਂ ਹਰ ਤਰੀਕੇ ਦੇ ਨਾਲ ਪਾਬੰਦ ਰਹਿਣ ਤੇ ਹੋਰਾਂ ਨੂੰ ਵੀ ਰੋਕਣ। ਕੁੜੀਆਂ ਜਾਂ ਕੁੜੀਆਂ ਦੇ ਸਰੀਰ ਨੂੰ ਲੈ ਕੇ ਕੋਈ ਹੋਛੇ ਮਜ਼ਾਕ ਨਾ ਕਰਨ। ਇਹੋ ਜਿਹੀ ਸਿੱਖਿਆ ਸਾਨੂੰ ਆਪਣੇ ਮੁੰਡਿਆਂ ਨੂੰ ਦੇਣੀ ਪਏਗੀ। पता कर कहाँ से आई है बिजली। माल, सौदा, पीस हैं लड़कियां आप लोगों के लिए। अरे चार लड़के मिलकर एक लड़की को छेड़ते हैं, उसका बलात्कार करते हैं। तो ये आप लोगों के लिए मर्दानगी कहलाता है। अगर लड़की ने मॉडर्न कपड़े क्या पहन लिए तो उसके चरित्र पर सवाल उठाए जाते हैं। हमारी स्कर्ट छोटी नहीं, आप लोगों की सोच छोटी है। आप लोग रात भर घर से बाहर रहें तो किसी को कोई प्रॉब्लम नहीं होती, और हम लड़कियां अगर 8 बजे तक घर ना पहुंचे तो हमारे माँ बाप परेशान हो जाते हैं। सिर्फ और सिर्फ आप जैसे लड़कों की वजह से हम लड़कियां चैन से जी भी नहीं सकती। ਕੁੜੀਆਂ ਨੂੰ ਆਪਣੀ ਸੁਰੱਖਿਆ ਵਾਸਤੇ ਆਪਣੀ ਸਰੀਰਕ ਤਿਆਰੀ ਕਰਨਾ, ਆਪਣੀ ਸੈਲਫ ਡਿਫੈਂਸ ਵਾਸਤੇ ਆਪਣੇ ਸਰੀਰ ਨੂੰ ਮਜ਼ਬੂਤ ਕਰਨਾ, ਆਪਣੇ ਹੱਕਾਂ ਦੀ ਸਮਝ ਹੋਣਾ, ਜਾਗਰੂਕਤਾ ਹੋਣਾ ਉਸ ਪ੍ਰਤੀ, ਇਹੋ ਜਿਹੀਆਂ ਸਾਰੀਆਂ ਸਮਝਾਂ ਸਾਨੂੰ ਆਪਣੀ ਕੁੜੀਆਂ ਨੂੰ ਵੀ ਦੇਣੀਆਂ ਪੈਣਗੀਆਂ। ਛੇੜਛਾੜ ਨੂੰ ਵੀ ਸਾਨੂੰ ਇੱਕ ਜ਼ੁਰਮ ਮੰਨਣਾ ਪਏਗਾ। ਸਾਨੂੰ ਮੁੰਡਿਆਂ ਨੂੰ ਜਾਗਰੂਕ ਕਰਨਾ ਪਏਗਾ ਕਿ ਜਦੋਂ ਕੁੜੀ ਨਾ ਬੋਲਦੀ ਹੈ ਉਸ ਦਾ ਮਤਲਬ ਨਾ ਹੁੰਦਾ ਹੈ, ਨਾ ਦਾ ਮਤਲਬ ਨਾ। ਇਸ ਤਰ੍ਹਾਂ ਦੀ ਇੱਕ ਸਮਾਜ ਨੂੰ ਸਮਝ ਬਣਾਉਣ ਦੀ ਬਹੁਤ ਜ਼ਰੂਰਤ ਹੈ। ਅੱਜ ਦੇ ਇਸ ਵੀਡੀਓ ਵਿੱਚ ਅਸੀਂ ਬਲਾਤਕਾਰ ਤੇ ਬੱਚਿਆਂ ਦੇ ਸ਼ੋਸ਼ਣ ਦੀ ਸੰਭਾਵਨਾਵਾਂ ਤੇ ਘਟਨਾਵਾਂ ਵਾਪਰਨ ਦੇ ਕੁਝ ਕਾਰਨ ਉਹਨਾਂ ਤੇ ਵਿਚਾਰ ਕੀਤਾ। ਅਸੀਂ ਆਪਣੇ ਆਉਣ ਵਾਲੇ ਵੀਡੀਓ ਵਿੱਚ ਇਸ ਦੇ ਹੱਲ ਤੇ ਰੋਕਥਾਮ ਦੀ ਗੱਲ ਵੀ ਕਰਾਂਗੇ। ਗੁਰੂਆਂ ਤੇ ਪੀਰਾਂ ਦੀ ਧਰਤੀ ਪੰਜਾਬ ਦਾ ਦਾਅਵਾ ਕਰਨ ਵਾਲੇ ਪੰਜਾਬੀ ਇਸ ਸੰਵੇਦਨਸ਼ੀਲ ਮੁੱਦੇ ਦੀ ਚਰਚਾ ਕਰਨਗੇ, ਇਸ ਤੇ ਚਿੰਤਾ ਤੇ ਚਿੰਤਨ ਕਰਨਗੇ ਤੇ ਇਸ ਮੁਹਿੰਮ ਦਾ ਹਿੱਸਾ ਬਣਨਗੇ ਤਾਂ ਕਿ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ ਤੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਤੇ ਮਾਨਸਿਕ ਸ਼ੋਸ਼ਣ ਤੇ ਪੂਰੀ ਤਰ੍ਹਾਂ ਠੱਲ ਪਾਈ ਜਾ ਸਕੇ। ਜੈ ਹਿੰਦ, ਜੈ ਪੰਜਾਬ।